घरेलू उड़ाणा दे विच सिखां नूं किरपान नाल लिजाण दी मंजूरी के खिलाफ जो पटीशन सी उसदे उत्ते सुप्रीम कोर्ट ने सुनवाई करन तों इनकार कर दित्ता। जदों सिखां दा जिहड़ा ये धार्मिक चिन्ह है इहनूं अंतरराष्ट्रीय उड़ाणां 'च कोई रोकिया नहीं जा सकदा ते इस तरह की पटीशन इत्थे पाउण वाला तर्क की दिंदे है कि उहदे विच दूजियां धर्मां दे लोकां नूं खतरा हो सकदा। ये जिहड़ी धार्मिक चिन्ह वजों वरती जाण वाली किरपान है जे कोई दूजा होवे तां मैं कह नहीं सकदा। सिखां दा तां जन्म ही इस गल तो है कि मजलूमां दी राखी करनी है ते जिहड़े इस तरह दीयां पटीशनां पाउंदे ने सुप्रीम कोर्ट ने उहनूं सुनण तो इनकार करता। ये सारा कुछ भारत दे विच क्यों है? वो कहते जाके हाई कोर्ट 'च गल कर जिहड़ी तू करनी है। ये बेलोड़ा विवाद है। ਜਦੋਂ ਪਹਿਲਾਂ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕਿਰਪਾਨ ਜਾਂਦੀ ਹੈ ਸਿੱਖਾਂ ਦਾ ਧਾਰਮਿਕ ਜਿਹੜਾ ਚਿੰਨ੍ਹ ਹੈ ਇਹ ਤੇ ਫਿਰ ਇਹਨਾਂ ਨੂੰ ਸਮੱਸਿਆ ਕੀ ਹੈ? ਢਿੱਲੋਂ ਜੀ ਉੱਥੇ ਐਸਜੀਪੀਸੀ ਦੇ ਵੱਲੋਂ ਇੱਕ ਵੱਡਾ ਜਿਹੜਾ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਮਾਪਿਆਂ ਦੇ ਨਾਲ ਪਰਤੇ ਬੱਚਿਆਂ ਨੂੰ ਮੁਫਤ ਦੇ ਵਿੱਚ ਸਿੱਖਿਆ ਉਹ ਐਸਜੀਪੀਸੀ ਵੱਲੋਂ ਦਿੱਤੀ ਜਾਵੇਗੀ। ਜੇ ਆਹੀ ਚੀਜ਼ਾਂ ਅਸੀਂ ਪਿਛਲੇ ਸਮੇਂ ਤੋਂ ਕਰਦੇ ਰਹਿੰਦੇ ਤਾਂ ਸਾਡੀ ਸਥਿਤੀ ਇਸ ਕਿਸਮ ਦੀ ਨਹੀਂ ਸੀ ਬਣਨੀ ਜੋ ਬਣ ਗਈ ਜਾਂ ਬਣਾ ਦਿੱਤੀ। बहुत चंगी गल है। साडा तो असूल ही ये है कि नानक नाम चढ़ती कला तेरे भाणे सरबत दा भला। अज तो खड़े सरबत के भले के सिद्धांत हैं ते उहदे ते ही सानू खड़े रहना चाहिए। धार्मिक अते चैरिटेबल ट्रस्ट दीयां सरावां ते हुण जीएसटी ਉਹ नहीं ਲੱਗੀ। चंडीगढ़ ਦੇ ਵਿੱਚ केंद्री ਵਿੱਤ मंत्री बीबी निर्मला सीतारमण ਦੀ ਅਗਵਾਈ ਵਿੱਚ जीएसटी कौंसल ਦੀ ਮੀਟਿੰਗ ਚੰਡੀਗੜ੍ਹ 'ਚ ਹੋਈ ਸੀ ਤਾਂ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਵਿੱਤ ਮੰਤਰੀ ਤੇ ਹੋਰ ਸ਼ਾਮਲ ਹੋਏ ਸਨ। ਸਾਰਿਆਂ ਨੇ ਇਹਦੇ ਤੇ ਵਿਰੋਧਤਾ ਕੀਤੀ, ਭਾਵੇਂ ਕਾਂਗਰਸ ਸੀ, ਅਕਾਲੀ ਦਲ ਸੀ, ਆਮ ਆਦਮੀ ਪਾਰਟੀ ਸੀ, ਕੋਈ ਹੋਰ ਸੀ, ਪਰ ਮੌਕਾ ਸੰਭਾਲ ਗਿਆ ਰਾਘਵ ਚੱਡਾ। ਉਹ ਕੱਲ ਜਾ ਕੇ ਮੰਗ ਪੱਤਰ ਦੇ ਆਏ ਤੇ ਕੱਲ ਹੀ ਇਹਦੇ ਤੇ ਫੈਸਲਾ ਹੋ ਗਿਆ। ਅੱਜ ਇਹ ਪਹਿਲੇ ਦਿਨ ਹੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਸੀ ਬੀਬੀ ਨਿਰਮਲਾ ਸੀਤਾਰਮਨ ਨੂੰ, ਪਰ ਇਹਨਾਂ ਦੇ ਵਿੱਚੋਂ ਹੁਣ ਰਾਘਵ ਚੱਡਾ ਇਹਦੇ ਤੇ ਲੀਡ ਲੈ ਗਿਆ। ਕੱਲ ਨੂੰ ਸਟੇਜਾਂ ਦੇ ਉੱਤੇ ਉਹ ਕਹਿਣਗੇ ਕਿ ਅਸੀਂ ਜਾ ਕੇ ਉਠਾਇਆ ਸੀ। ਭਾਵੇਂ ਪਾਰਲੀਮੈਂਟ ਦੇ ਵਿੱਚ ਇਸ ਮਾਮਲੇ 'ਚ ਸਾਰੇ ਹੀ ਬੋਲੇ ਨੇ, ਕਈ ਹੋਰ ਵੀ ਬੋਲੇ ਨੇ। ਅਨਮੋਲ ਗਗਨਮਾਨ ਦੀ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਜਿਹੜੀ ਸਰਕਾਰੀ ਕੋਠੀ ਦਿੱਤੀ ਗਈ ਹੈ ਉਸ ਦੇ ਵਿੱਚ 5 ਸਟਾਰ ਵਾਲੀਆਂ ਸਹੂਲਤਾਂ ਦੀ ਮੰਗ ਕੀਤੀ ਗਈ ਅਤੇ ਇੱਕ ਸੂਚੀ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ। ਜੇ ਇਹ ਚੱਲੀ ਹੈ ਤਾਂ ਇਹਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੀ ਕਰਨਾ ਹੈ। ਵੈਸੇ ਤਾਂ ਇਹਨਾਂ ਦਾ ਸੁਰੱਖਿਆ ਤੇ ਦੂਜਿਆਂ ਦੇ ਮਾਮਲੇ 'ਚ ਕਹਿੰਦੇ ਅਸੀਂ ਆਮ ਲੋਕ ਕੀ ਹਾਂ। ਅੱਜ ਮੁੱਖ ਮੰਤਰੀ ਸਾਹਿਬ ਸੰਗਰੂਰ ਜ਼ਿਲ੍ਹੇ ਦੇ ਪ੍ਰੋਗਰਾਮਾਂ 'ਚ ਆਏ ਸੀ, ਉੱਥੇ ਘੱਟੋ ਘੱਟ 3-4 ਜ਼ਿਲ੍ਹਿਆਂ ਦੀ ਪੁਲਿਸ ਫੋਰਸ ਮੰਗਾ ਲਈ ਗਈ ਸੀ। ਪਹਿਲਾਂ ਵੀ ਇਹਨਾਂ ਦੇ ਬਹੁਤ ਸਾਰੇ ਵਿਧਾਇਕਾਂ ਨੇ ਬੜੇ ਚੰਦ ਚਾੜੇ ਹੈ ਤੇ ਉਹਦੇ ਵਿੱਚ ਇੱਕ ਨਵਾਂ ਚੰਦ ਹੋਰ ਜੁੜ ਜਾਵੇਗਾ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਵਿਸ਼ੇ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਗੱਲਬਾਤ ਕਰਾਂਗੇ ਘਰੇਲੂ ਉਡਾਣਾਂ ਨੂੰ ਲੈ ਕੇ ਕਿ ਘਰੇਲੂ ਉਡਾਣਾਂ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਨਾਲ ਰੱਖਣ ਦੀ ਮਨਜ਼ੂਰੀ ਦੇ ਖਿਲਾਫ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਇਸ ਮੁੱਦੇ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਅਨਮੋਲ ਗਗਨਮਾਨ ਨੂੰ ਲੈ ਕੇ ਕਿ ਉਹਨਾਂ ਦੀ ਇੱਕ ਸੂਚੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਰਕਾਰੀ ਕੋਠੀ ਦੇ ਵਿੱਚ ਉਹਨਾਂ ਦੇ ਵੱਲੋਂ 5 ਸਟਾਰ ਵਾਲੀਆਂ ਸਹੂਲਤਾਂ ਦੀ ਮੰਗ ਉਹ ਕੀਤੀ ਗਈ ਹੈ। ਇਸ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਚਰਚਾ ਕਰਾਂਗੇ ਕਿ 15 ਅਗਸਤ ਤੱਕ ਪੁਲਿਸ ਨੇ ਹੁਣ ਤੱਕ 7 ਜ਼ਿਲ੍ਹਿਆਂ ਦੇ ਵਿੱਚ 100 ਨਾਕੇ ਅਤੇ ਤਲਾਸ਼ੀ ਮੁਹਿੰਮ ਲਈ 2500 ਜਵਾਨ ਨੇ ਉਹ ਤਾਇਨਾਤ ਕੀਤੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਰੀਨਾ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਵੱਡੀ ਖਬਰ ਦੇ ਨਾਲ ਕਿ ਘਰੇਲੂ ਉਡਾਣਾਂ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਨਾਲ ਲਿਜਾਣ ਦੀ ਮਨਜ਼ੂਰੀ ਦੇ ਖਿਲਾਫ ਜੋ ਪਟੀਸ਼ਨ ਸੀ ਉਸ ਦੇ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੇਖੋ, ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ। ਬਿਲਕੁਲ ਜੀ। ਕਹਿੰਦੇ ਕੋਈ ਹਿੰਦੂ ਸੈਨਾ ਦਾ ਇੱਕ ਕਾਰਕੁਨ ਹੈ ਜਿਹਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਤੀ।
ਜਦੋਂ ਸਿੱਖਾਂ ਦਾ ਜਿਹੜਾ ਇਹ ਧਾਰਮਿਕ ਚਿੰਨ੍ਹ ਹੈ, ਇਹਨੂੰ ਅੰਤਰਰਾਸ਼ਟਰੀ ਉਡਾਨਾਂ 'ਚ ਕੋਈ ਰੋਕਿਆ ਨਹੀਂ ਜਾ ਸਕਦਾ, ਤੇ ਇਸ ਤਰ੍ਹਾਂ ਦੀ ਪਟੀਸ਼ਨ ਇੱਥੇ ਪਾਉਣ ਵਾਲਾ ਤਰਕ ਕੀ ਦਿੰਦੇ ਆ ਕਿ ਉਹਦੇ ਵਿੱਚ ਦੂਜੀਆਂ ਧਰਮਾਂ ਦੇ ਲੋਕਾਂ ਨੂੰ ਖਤਰਾ ਹੋ ਸਕਦਾ ਹੈ। ਇਹਨੂੰ ਪੁੱਛੇ, ਇਹ ਜਿਹੜੀ ਧਾਰਮਿਕ ਚਿੰਨ੍ਹ ਵਜੋਂ ਵਰਤੀ ਜਾਣ ਵਾਲੀ ਕਿਰਪਾਨ ਹੈ, ਜੇ ਕੋਈ ਦੂਜਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਸਿੱਖਾਂ ਦਾ ਤਾਂ ਜਨਮ ਹੀ ਇਸ ਗੱਲ ਤੋਂ ਹੋਇਆ ਕਿ ਮਜਲੂਮਾਂ ਦੀ ਰਾਖੀ ਕਰਨੀ ਹੈ। ਜੇ ਤੁਹਾਡੇ ਹਿੰਦੂਆਂ ਪਿੱਛੇ ਜਦੋਂ ਔਰੰਗਜ਼ੇਬ ਸਵਾ ਮਨ ਦੇ ਰੋਜ਼ ਜਨੇਊ ਉਤਾਰ ਕੇ ਸਾਹ ਲੈਂਦਾ ਸੀ, ਉਦੋਂ ਕੁਰਬਾਨੀ ਕਿਹਨੇ ਦਿੱਤੀ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 7 ਸਾਲ ਸੀ, ਬਾਲ ਗੋਬਿੰਦ ਰਾਏ, ਜਦੋਂ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਆਏ ਜੀ ਕਿ ਸਾਡੇ ਤੇ ਆਹ ਵਾਪਰ ਰਿਹਾ, ਉਦੋਂ ਬਾਲ ਗੋਬਿੰਦ ਰਾਏ ਨੇ ਪੁੱਛਿਆ ਪਿਤਾ ਜੀ ਨੂੰ ਕਿ ਸਮੱਸਿਆ ਕੀ ਹੈ? ਉਹ ਕਹਿੰਦੇ ਇਸ ਵੇਲੇ ਕਿਸੇ ਵੱਡੇ ਜਿਹੜਾ ਰਹਿਬਰ ਹੈ ਉਹਦੀ ਕੁਰਬਾਨੀ ਦੀ ਜ਼ਰੂਰਤ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਬਾਲ ਅਵਸਥਾ ਦੇ ਵਿੱਚ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ? ਤੇ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਜਾ ਕੇ ਕਹਿ ਦਿਓ ਤੁਸੀਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਕਬੂਲ ਕਰਾ ਲਓ, ਅਸੀਂ ਸਾਰੀ ਕਰ ਜਾਵਾਂਗੇ। ਇੱਕ ਵੱਡਾ ਹਿੰਦੂ ਨੇਤਾ ਦਾ ਮੈਨੂੰ ਯਾਦ ਹੈ, ਉਹ ਕਹਿੰਦੇ ਸੀ ਕਿ ਜਿਸ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਨਾ ਹੋਵੇ ਉਹ ਹਿੰਦੂ ਹੀ ਕਾਹਦਾ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਕੁਰਬਾਨੀ ਨਾ ਦਿੰਦੇ ਤਾਂ ਇਸ ਦੇਸ਼ ਦਾ ਮੂੰਹ ਮਹਾਂਦਰਾ ਕੋਈ ਹੋਰ ਹੀ ਹੋਣਾ ਸੀ। ਹੋ ਸਕਦਾ ਹੈ ਸਾਰਾ ਇਸਲਾਮ ਦੇਸ਼ ਬਣ ਜਾਂਦਾ। ਤੇ ਜਿਹੜੇ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਪਾਉਂਦੇ ਨੇ, ਸੁਪਰੀਮ ਕੋਰਟ ਨੇ ਉਹਨੂੰ ਸੁਣਨ ਤੋਂ ਇਨਕਾਰ ਕਰਤਾ। ਇਹ ਸਾਰਾ ਕੁਝ ਭਾਰਤ ਦੇ ਵਿੱਚ ਕਿਉਂ ਹੈ? ਉਹ ਕਹਿੰਦੇ ਜਾ ਕੇ ਹਾਈ ਕੋਰਟ 'ਚ ਗੱਲ ਕਰ ਜਿਹੜੀ ਤੂੰ ਕਰਨੀ ਹੈ। ਦੂਜੇ ਪਾਸੇ ਮੈਨੂੰ ਯਾਦ ਹੈ ਬੀਬੀ ਕਿਰਨਜੋਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੱਤਰ ਹੋਇਆ ਕਰਦੇ ਸੀ। ਉਹ ਕੈਨੇਡਾ ਤੋਂ ਆਏ। ਜਦੋਂ ਉਹ ਕੈਨੇਡਾ ਤੋਂ ਆਏ, ਉਹ ਏਅਰ ਕੈਨੇਡਾ ਤੇ ਆਏ ਉੱਥੋਂ, ਤੇ ਦਿੱਲੀ ਤੋਂ ਅੰਮ੍ਰਿਤਸਰ ਲਈ ਇੰਡੀਆ ਜਿਹੜੀ ਸਾਡੀ ਇੰਡੀਅਨ ਏਅਰਲਾਈਨ ਹੈ ਇਸ ਦੇ ਵਿੱਚ ਬੈਠੇ, ਤਾਂ ਉੱਥੇ ਕਿੰਤੂ ਪਰੰਤੂ ਕੀਤਾ ਇਸ ਕਿਰਪਾਨ ਦੇ ਪਿੱਛੇ। ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਇਹ ਗੱਲ ਰੱਖੀ ਜੀ। ਹੋ ਸਕਦਾ ਉਹ ਜੱਦਰ ਸਾਹਿਬ ਨੂੰ ਨਾ ਨਜ਼ਰ ਆਈ ਹੋਵੇ। ਉੱਥੇ ਜਿਹੜੇ ਅਹਿਲਕਾਰ ਬੈਠੇ ਸੀ, ਇਹ ਵੱਡੇ ਵੱਡੇ ਕੜਛੇ, ਉਹਨਾਂ ਨੂੰ ਚੱਜ ਦੀ ਗੱਲ ਨਹੀਂ ਸੁਣੀ। ਇਸ਼ੂ ਬਹੁਤ ਵੱਡਾ ਸੀ ਜਿਹੜਾ ਬੀਬੀ ਕਰਨਜੀਤ ਕੌਰ ਨੇ ਉਠਾਇਆ। ਕੁਝ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨਾਂ ਨੇ ਆਖਿਆ ਵੀ ਗੱਲ ਤਾਂ ਸੁਣ ਲਓ ਉਹਨਾਂ ਦੀ। ਨਹੀਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰੋ। ਭਾਵ ਜਿਨ੍ਹਾਂ ਨੇ ਚਾਪਲੂਸੀਆਂ ਕਰਨੀਆਂ ਨੇ, ਕੜਛਦਾਰੀ ਕਰਨੀ ਹੈ, ਉਹ ਸਹੀ ਇਸ਼ੂ ਵਾਲੇ ਪਾਸੇ ਜਾਂਦੇ ਨਹੀਂ। ਤੇ ਠੀਕ ਕਿਹਾ ਜਥੇਦਾਰ ਸਾਹਿਬ ਨੇ ਕਿ ਸਾਡੀ ਸ਼੍ਰੋਮਣੀ ਕਮੇਟੀ ਨੂੰ ਢਾਹ ਲੱਗੀ ਹੈ। ਉਹ ਢਾਹ ਐ ਕਰਕੇ ਲੱਗੀ ਹੈ ਕਿ ਉਹਨਾਂ ਦੀ ਗੱਲ ਨਾ ਸੁਣੀ ਜਾਵੇ। ਕਿੰਨਾ ਚਿਰ ਅਸੀਂ ਕੇਂਦਰ ਨਾਲ ਭਾਈਵਾਲੀ ਰੱਖੀ, ਆਹੀ ਮੰਗਾ ਸੀ। ਇਹ ਬੰਦਾ ਜਦੋਂ ਉੱਥੇ ਇਹਨੇ ਪਟੀਸ਼ਨ ਪਾਈ ਸੀ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਕਮੇਟੀ ਵੱਲੋਂ ਉੱਥੇ ਹੋਰ ਵੱਡੇ ਵਕੀਲ ਕਰਨੇ ਚਾਹੀਦੇ ਸੀ। ਹੁਣ ਵੀ ਜਦੋਂ ਇਹ ਮਾਮਲਾ ਜੇ ਉਹ ਹਾਈ ਕੋਰਟ 'ਚ ਲੈ ਕੇ ਜਾਂਦਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਜਿਹੜੀ ਸਾਡੀ ਦਿੱਲੀ ਵਾਲੀ ਕਮੇਟੀ ਹੈ, ਇਹਨਾਂ ਦੋਨਾਂ ਨੂੰ ਤਾਂ ਜਾਂ ਜਿਹੜੀਆਂ ਹੋਰ ਸਿੱਖ ਜਥੇਬੰਦੀਆਂ ਨੇ, ਖਾਸ ਕਰ ਸਾਡੇ ਸਤਿਕਾਰਯੋਗ ਵਕੀਲ HS ਫੂਲਕਾ ਸਾਹਿਬ, ਉਹੀ ਜਿਹੀਆਂ ਸ਼ਖਸੀਅਤਾਂ ਨੂੰ ਇਹਨਾਂ ਦਾ ਟਾਕਰਾ ਕਰਨਾ ਚਾਹੀਦਾ ਹੈ। ਔਰ ਇਹ ਬੇਲੋੜਾ ਵਿਵਾਦ ਹੈ ਜਦੋਂ ਪਹਿਲਾਂ ਅੰਤਰਰਾਸ਼ਟਰੀ ਹਵਾਈ ਉਡਾਨਾਂ ਦੇ ਵਿੱਚ ਕਿਰਪਾਨ ਜਾਂਦੀ ਹੈ, ਸਿੱਖਾਂ ਦਾ ਧਾਰਮਿਕ ਜਿਹੜਾ ਚਿੰਨ੍ਹ ਹੈ ਇਹ, ਤੇ ਫਿਰ ਇਹਨਾਂ ਨੂੰ ਸਮੱਸਿਆ ਕੀ ਹੈ। ਠੀਕ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਕਿ ਇਹਦੀ ਸੁਣਵਾਈ ਤੋਂ ਉਹਨਾਂ ਨੇ ਇਨਕਾਰ ਕਰਤਾ।
ਜੀ ਢਿੱਲੋਂ ਜੀ, ਉੱਥੇ ਐਸਜੀਪੀਸੀ ਦੇ ਵੱਲੋਂ ਇੱਕ ਵੱਡਾ ਜਿਹੜਾ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਮਾਪਿਆਂ ਦੇ ਨਾਲ ਪਰਤੇ ਬੱਚਿਆਂ ਨੂੰ ਮੁਫਤ ਦੇ ਵਿੱਚ ਸਿੱਖਿਆ ਉਹ ਐਸਜੀਪੀਸੀ ਵੱਲੋਂ ਦਿੱਤੀ ਜਾਵੇਗੀ। ਇਹ ਠੀਕ ਗੱਲ ਕੀਤੀ ਹੈ। ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਜੇ ਆਹੀ ਚੀਜ਼ਾਂ ਅਸੀਂ ਪਿਛਲੇ ਸਮੇਂ ਤੋਂ ਕਰਦੇ ਰਹਿੰਦੇ ਤਾਂ ਸਾਡੀ ਸਥਿਤੀ ਇਸ ਕਿਸਮ ਦੀ ਨਹੀਂ ਸੀ ਬਣਨੀ ਜੋ ਬਣ ਗਈ ਜਾਂ ਬਣਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਜਿਹੜੇ ਪਹਿਲਾਂ 18 ਜੂਨ ਨੂੰ ਆਏ ਸੀ, ਉਧਰੋਂ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਨੇ ਪੁਨੀਤ ਸਿੰਘ ਝੜੋਕ, ਉਦੋਂ 3 ਉਡਾਨਾਂ 'ਚ 62 ਬੰਦੇ ਆਏ, ਫਿਰ 110 ਤੇ 109 ਵੀਜ਼ੇ ਦੀ ਮੰਗ ਕੀਤੀ ਲੱਗੇ ਸੀਗੇ। ਅਜੇ ਵੀ 60 ਅਰਜ਼ੀਆਂ ਬਕਾਇਆ ਪਈਆਂ ਨੇ। ਧਾਮੀ ਸਾਹਿਬ ਕਹਿੰਦੇ ਵੀ ਭਾਵੇਂ ਇਹ ਸਿੱਖ ਆਉਣ ਹਿੰਦੂ ਆਉਣ, ਉਹਨਾਂ ਦਾ ਰਾਖੀ, ਉਹਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਤਾਂ ਇਹੋ ਹੀ ਨੇ ਜਿਹੜੇ ਕਰਨੇ ਚਾਹੀਦੇ ਨੇ, ਜਿਹੜੇ ਸਾਤੋਂ ਵਿਸਰ ਗਏ ਸੀ। ਜੇ ਹੁਣ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇਹ ਦਰਵਾਜ਼ਾ ਖੋਲ੍ਹਿਆ ਹੈ ਕਿ ਕਰਨੇ ਚਾਹੀਦੇ ਆ, ਜ਼ਰੂਰ ਕਰਨੇ ਚਾਹੀਦੇ ਆ, ਇਸ ਗੱਲ ਦਾ ਸਵਾਗਤ ਕਰਦੇ ਆ। ਜੇ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈਗਾ, ਬਹੁਤ ਚੰਗੀ ਗੱਲ ਹੈ। ਸਾਡਾ ਤਾਂ ਅਸੂਲ ਹੀ ਇਹ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਤਾਂ ਖੜੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਆ ਤੇ ਉਹਦੇ ਤੇ ਹੀ ਸਾਨੂੰ ਖੜੇ ਰਹਿਣਾ ਚਾਹੀਦਾ ਜੀ। ਧਾਰਮਿਕ ਅਤੇ ਚੈਰੀਟੇਬਲ ਟਰਸਟ ਦੀਆਂ ਸਰਾਵਾਂ ਤੇ ਹੁਣ ਜੀਐਸਟੀ ਉਹ ਨਹੀਂ ਲੱਗੇਗਾ। ਦੇਖੋ, ਇਹ ਸਭ ਤੋਂ ਪਹਿਲਾਂ ਜਿਹੜਾ ਮਾਮਲਾ ਉਠਾਇਆ ਵੀ ਆਪਾਂ ਸੀ ਜਦੋਂ ਚੰਡੀਗੜ੍ਹ ਅੰਮ੍ਰਿਤਸਰ ਤੋਂ ਖਬਰ ਛਪੀ ਸੀ ਕਈ ਅਖਬਾਰਾਂ ਦੇ ਵਿੱਚ ਕਿ ਜਿਹੜਾ ਸਾਡਾ ਬਾਬਾ ਦੀਪ ਸਿੰਘ ਨਿਵਾਸ ਹੈ, ਗੁਰੂ ਗੋਬਿੰਦ ਸਿੰਘ NRI ਸਰਾਂ ਆ, ਮਾਈ ਭਾਗ ਕੌਰ ਸਰਾਂ, ਇਹਨਾਂ ਦੇ ਵਿੱਚ ਇੱਕ ਦਿਨ ਦਾ ਲਿਆ ਜਾਂਦਾ 300 ਰੁਪਈਆ, 500 ਰੁਪਈਆ ਤੇ ਸ਼ਾਇਦ 1000 ਰੁਪਈਆ। ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿਹੜੀਆਂ ਇਹ ਚੈਰੀਟੇਬਲ ਲੋਕਾਂ ਦੇ ਪੈਸੇ ਨਾਲ ਇਕੱਤਰ ਕਰਕੇ ਬਣੀਆਂ ਨੇ ਜਾਂ ਧਾਰਮਿਕ ਅਦਾਰਿਆਂ ਦੀਆਂ ਜਿੰਨੀਆਂ ਵੀ ਇਹ ਸਰਾਵਾਂ ਨੇ ਉਹਦੇ ਤੇ GST ਨਹੀਂ ਲੱਗੇਗਾ। ਜਦੋਂ ਇਸ ਮਾਮਲੇ ਦੇ ਵਿੱਚ ਜੁਲਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਬੀਬੀ ਨਿਰਮਲਾ ਸੀਤਾ ਰਮਨ ਦੀ ਅਗਵਾਈ ਵਿੱਚ GST ਕੌਂਸਲ ਦੀ ਮੀਟਿੰਗ ਚੰਡੀਗੜ੍ਹ 'ਚ ਹੋਈ ਸੀ ਤਾਂ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਵਿੱਤ ਮੰਤਰੀ ਤੇ ਹੋਰ ਸ਼ਾਮਲ ਹੋਏ ਸਨ। 2 ਦਿਨਾਂ ਇਹ ਕਾਨਫਰੰਸ ਚੱਲੀ। ਉਸ ਵੇਲੇ ਇਹ ਮਾਮਲਾ ਉਠਾਉਣਾ ਚਾਹੀਦਾ ਸੀ। ਇਸ ਮਾਮਲੇ ਦੇ ਵਿੱਚ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਡਾ ਕੱਲ੍ਹ ਹੀ ਮਿਲ ਕੇ ਆਏ ਨੇ। ਹੁਣ ਸਿਹਰਾ ਤਾਂ ਉਹ ਆਪਣੇ ਸਿਰ ਤੇ ਲੈਣਗੇ। ਹੋਰ ਕਿਸੇ ਪਾਰਟੀ ਦੇ ਵਿਅਕਤੀ ਨੇ, ਖਾਸ ਕਰ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ, ਭਾਈ ਬਾਲੀ ਵੀ ਹੁਣ ਤੱਕ ਨਾਲ ਰਹੀ, ਉਹਨਾਂ ਨੂੰ ਵਿੱਤ ਮੰਤਰੀ ਕੋਲ ਉਠਾਉਣਾ ਚਾਹੀਦਾ ਸੀ। ਪੁਰਾਣੀ ਭਾਈ ਬਾਲੀ ਹੈ। ਸਾਰਿਆਂ ਨੇ ਇਹਦੇ ਤੇ ਵਿਰੋਧਤਾ ਕੀਤੀ, ਭਾਵੇਂ ਕਾਂਗਰਸ ਸੀ, ਅਕਾਲੀ ਦਲ ਸੀ, ਆਮ ਆਦਮੀ ਪਾਰਟੀ ਸੀ, ਕੋਈ ਹੋਰ ਸੀ, ਪਰ ਮੌਕਾ ਸੰਭਾਲ ਗਿਆ ਰਾਘਵ ਚੱਡਾ। ਉਹ ਕੱਲ੍ਹ ਜਾ ਕੇ ਮੰਗ ਪੱਤਰ ਦੇ ਆਏ ਤੇ ਕੱਲ੍ਹ ਹੀ ਇਹਦੇ ਤੇ ਫੈਸਲਾ ਹੋ ਗਿਆ। ਅੱਜ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕੇਂਦਰ ਸਰਕਾਰ ਦੇ ਬੁਲਾਰੇ ਨੇ ਕਿ ਇਹਦੇ ਤੇ ਤਾਂ ਅਸੀਂ ਰੱਖਿਆ ਹੀ ਨਹੀਂ ਸੀ। ਫਿਰ ਇਹ 4-5 ਦਿਨ ਧਮੱਚੜ ਪੈਂਦਾ ਰਿਹਾ। ਜੇ ਗਲਤ ਸੂਚਨਾ ਕਿਸੇ ਨੇ ਦਿੱਤੀ ਸੀ ਉਹਦੀ ਘੋਖ ਕਰਨੀ ਚਾਹੀਦੀ ਹੈ ਕਿ ਸਰਕਾਰ ਦੀ ਬਦਨਾਮੀ ਕੌਣ ਕਰਾਉਂਦਾ ਹੈ। ਜੇ ਸਰਕਾਰ ਨੇ ਇਹ ਫੈਸਲਾ ਕੀਤਾ ਨਹੀਂ ਸੀ ਫਿਰ ਕਈ ਦਿਨ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਕਿਉਂ ਬਣਿਆ? ਇਹ ਪਹਿਲੇ ਦਿਨ ਹੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਸੀ ਬੀਬੀ ਨਿਰਮਲਾ ਸੀਤਾ ਰਮਨ ਨੂੰ। ਪਰ ਇਹਨਾਂ ਦੇ ਵਿੱਚੋਂ ਹੁਣ ਰਾਘਵ ਚੱਡਾ ਇਹਦੇ ਤੇ ਲੀਡ ਲੈ ਗਿਆ। ਕੱਲ੍ਹ ਨੂੰ ਸਟੇਜਾਂ ਦੇ ਉੱਤੇ ਉਹ ਕਹਿਣਗੇ ਕਿ ਅਸੀਂ ਜਾ ਕੇ ਉਠਾਇਆ ਸੀ। ਭਾਵੇਂ ਪਾਰਲੀਮੈਂਟ ਦੇ ਵਿੱਚ ਇਸ ਮਾਮਲੇ 'ਚ ਸਾਰੇ ਹੀ ਬੋਲੇ ਨੇ, ਕਈ ਹੋਰ ਵੀ ਬੋਲੇ ਨੇ, ਇਕੱਲੇ ਇਹ ਨਹੀਂ। ਲੇਕਿਨ ਮੰਗ ਪੱਤਰ ਦੇਣ ਵਾਲਾ ਉਹ ਇਕੱਲਾ ਰਾਜ ਸਭਾ ਮੈਂਬਰ ਬਣ ਗਿਆ, ਜਿਹਦੇ ਕਰਕੇ ਉਹਨਾਂ ਨੂੰ ਸਿਹਰਾ ਤਾਂ ਜਾਵੇਗਾ।
ਜੀ। ਲੇਕਿਨ ਕੇਂਦਰ ਸਰਕਾਰ ਦੇ ਬੁਲਾਰੇ ਨੇ ਕਹਿੰਦੇ ਅੱਜ ਸਪਸ਼ਟ ਕਰਤਾ, ਜੇ ਇਹ ਸਪਸ਼ਟ ਕਰਤਾ ਕਿ ਇਹ ਨਹੀਂ ਲੱਗੇਗਾ, ਇਹ ਚੰਗਾ ਕਦਮ ਹੈ, ਨਹੀਂ ਇਹਦੇ ਨਾਲ ਕੇਂਦਰ ਸਰਕਾਰ ਦੀ ਬਦਨਾਮੀ ਹੀ ਹੋਣੀ ਸੀ। ਜੀ, ਗੱਲ ਕੀਤੀ ਜਾ ਆਮ ਆਦਮੀ ਪਾਰਟੀ ਨੂੰ ਲੈ ਕੇ ਅਨਮੋਲ ਗਗਨ ਮਾਨ ਦੀ, ਤਾਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਜਿਹੜੀ ਸਰਕਾਰੀ ਕੋਠੀ ਦਿੱਤੀ ਗਈ ਹੈ ਉਸ ਦੇ ਵਿੱਚ 5 ਸਟਾਰ ਵਾਲੀਆਂ ਸਹੂਲਤਾਂ ਦੀ ਮੰਗ ਕੀਤੀ ਗਈ ਹੈ ਅਤੇ ਇੱਕ ਸੂਚੀ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ। ਰੀਨਾ ਜੀ, ਅਜੇ ਤੱਕ ਸਰਕਾਰੀ ਤੌਰ ਤੇ ਇਸ ਦਾ ਨਾ ਤਾਂ ਕਿਸੇ ਨੇ ਖੰਡਨ ਕੀਤਾ ਹੈ, ਨਾ ਹੀ ਕਿਸੇ ਨੇ ਪੁਸ਼ਟੀ ਕੀਤੀ ਹੈ। ਜੀ, ਸੋਸ਼ਲ ਮੀਡੀਆ ਤੇ ਤੁਸੀਂ ਵੀ ਕਹਿ ਰਹੇ ਹੋ, ਮੈਂ ਵੀ ਪੜ੍ਹੀ ਹੈ। ਜੇ ਭਲਾ ਇਹ ਸਾਰੀ ਗੱਲ ਸਹੀ ਹੋਵੇ ਤਾਂ ਵੈਸੇ ਤਾਂ ਅਨਮੋਲ ਗਗਨ ਮਾਨ ਨੂੰ ਧੂਆਂ ਉਦੋਂ ਹੀ ਉੱਠਦਾ ਜਦੋਂ ਕਿਤੇ ਨਾ ਕਿਤੇ ਮਾੜੀ ਮੁੱਟੀ ਅੱਗ ਲੱਗਦੀ ਹੈ। ਬਿਲਕੁਲ ਜੀ। ਨਹੀਂ ਐਵੇਂ ਕਿਸੇ ਨੂੰ ਕੀ ਹੈ, ਤੇ ਅਨਮੋਲ ਗਗਨ ਮਾਨ ਨੇ ਜਿਹੜਾ ਕੁਛ ਲਿਖਿਆ ਹੈ ਉਹਦੇ ਤੋਂ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਹੁੰਦਾ ਕਿਹਾ ਜਾਏ। ਇਹਦੇ ਵਿੱਚ ਮੈਂ ਵੀ ਪੜ੍ਹਿਆ ਜੀ। ਉਹ ਕਹਿੰਦੇ ਜੀ ਵੀ ਇੱਕ ਤਾਂ ਉਹਨਾਂ ਦਾ 953 ਨੰਬਰ ਘਰ ਹੈ 39 ਸੈਕਟਰ 'ਚ। ਉਹ ਕਹਿੰਦੇ ਵੀ ਇੱਕ ਤਾਂ ਉਹਦੇ ਸਾਰੇ ਜਿਹੜੇ ਬੈਡਰੂਮ ਨੇ ਉਹ ਬੜੇ ਮਾਸਟਰ ਬੈਡਰੂਮ ਬਣਾਓ, 65 ਇੰਚ ਦੀ ਲੰਬੀ LED ਲਾਓ, ਸਾਰੀਆਂ ਟਾਈਲਾਂ ਦੁਬਾਰਾ ਲਾਓ, 8 ਮੀਟਰ ਦਾ ਡਾਈਨਿੰਗ ਜਿਹੜਾ ਮੇਜ਼ ਹੈ ਉਹ ਰੱਖੋ, ਦਰਖਤਾਂ ਤੇ ਵੀ LED ਲਾਈਟਾਂ ਲਾਓ, ਸਵਿਮਿੰਗ ਪੂਲ ਬਣਾਓ। ਇਹ ਆਮ ਆਦਮੀ ਪਾਰਟੀ ਦੇ ਆਮ ਆਦਮੀ ਦੀ ਪਰਿਭਾਸ਼ਾ ਹੈ ਜਿਹੜੀ ਬੀਬੀ ਜੀ ਨੇ ਲਿਖੀ ਹੈ। ਜੀ, ਜੇ ਸਹੀ ਹੋਵੇ, ਅਜੇ 2 ਦਿਨ ਪਹਿਲਾਂ ਮਾਨ ਸਾਹਿਬ ਕਹਿ ਕੇ ਹਟੇ ਨੇ ਇਹਨਾਂ ਨੂੰ ਕਿ ਉਹ ਠਰਮਾ ਰੱਖੋ, ਸੰਜਮ ਤੋਂ ਕੰਮ ਲਓ। ਅਜੇ ਮਹੀਨਾ ਨਹੀਂ ਹੋਇਆ, ਉਹ ਕਹਿੰਦੇ ਵੀ ਦੂਜੇ ਕਮਰਿਆਂ ਦੇ ਵਿੱਚ ਸਾਨੂੰ ਨੀਂਦ ਹੀ ਨਹੀਂ ਆਉਂਦੀ। ਇੱਕ ਵਾਰੀ ਅਕਬਰ ਨੇ ਬੀਰਬਲ ਨੂੰ ਪੁੱਛ ਲਿਆ ਕਿ ਆਹ ਜਿਹੜਾ ਬੰਦਾ ਬੱਟਿਆਂ ਤੇ ਪਿਆ, ਆਮ ਜਿਹਾ ਬੰਦਾ, ਇਹ ਇੱਥੇ ਰਹਿ ਕੇ ਖੁਸ਼ ਹੈ? ਉਹ ਕਹਿੰਦਾ ਰਹਿ ਕੇ ਤਾਂ ਖੁਸ਼ ਹੈ, ਪਰ ਜਦੋਂ ਤੁਸੀਂ ਇਹਨੂੰ 5 ਸਿਤਾਰਾ 7 ਸਿਤਾਰਾ ਸਹੂਲਤਾਂ ਦੇਤੀਆਂ ਫਿਰ ਇਹ ਇੱਥੇ ਪੈ ਨਹੀਂ ਸਕੇਗਾ। ਅਕਬਰ ਕਹਿੰਦਾ ਮੈਂ ਨਹੀਂ ਮੰਨਦਾ, ਬੀਰਬਲ ਕਹਿੰਦਾ ਆਪਾਂ ਪਰਤਿਆ ਲੈਂਦੇ ਹਾਂ। ਉਹ ਬੰਦੇ ਨੂੰ ਇੱਕ ਵੱਡਾ ਮਹਿਲ ਦਿੱਤਾ ਗਿਆ ਜਿੱਥੇ ਗੱਦੇ ਹੀ ਬੜੇ ਸੁਨੀਲ ਦੇ ਬਣੇ ਹੋਏ ਸੀ, ਪਤਾ ਨਹੀਂ ਕੀ ਸੀ ਕੀ ਨਹੀਂ। ਉਹਨੂੰ 2 ਮਹੀਨੇ ਉੱਥੇ ਰੱਖਿਆ ਗਿਆ, ਉਹ ਗਿੱਝ ਗਿਆ ਉਹਦੇ 'ਚ ਪੈਣਾ, ਤੇ ਦੁਬਾਰਾ ਜਾ ਕੇ ਅਕਬਰ ਨੇ ਉਹ ਗਦੈਲਿਆਂ ਦੇ ਵਿੱਚ ਬੜੇਵੇਂ ਪਾਤੇ ਰਾਤ ਨੂੰ। ਹੁਣ ਜਦੋਂ ਪਾਸਾ ਲਵੇ ਬੜੇਵਾ ਚੁੱਭ ਜੇ, ਨੀਂਦ ਆਵੇ ਨਾ। ਅਗਲੇ ਦਿਨ ਜਦੋਂ ਰਾਜੇ ਦੇ ਦਰਬਾਰ 'ਚ ਪੇਸ਼ ਕੀਤਾ ਗਿਆ ਤਾਂ ਉਹ ਵਾਸੀਆਂ ਲਵੇ ਅੱਖਾਂ ਮਲਦਾ ਆਵੇ, ਕਹਿੰਦਾ ਕਿਉਂ ਰਾਜਾ, ਆ ਵੇਖ ਲੈ। ਜਦੋਂ ਬੰਦੇ ਨੂੰ ਮੌਕਾ ਨਹੀਂ ਮਿਲਦਾ ਤਾਂ ਉਦੋਂ ਦੀ ਗੱਲ ਹੁੰਦੀ ਹੈ, ਜਦੋਂ ਬੰਦਿਆਂ ਨੂੰ ਮੌਕਾ ਮਿਲ ਗਿਆ ਫਿਰ ਕੋਈ ਆਮ ਨਹੀਂ। ਵੈਸੇ ਮੈਂ ਸਮਝਦਾ ਕਿ ਜੇ ਇਹ ਚੱਲੀ ਹੈ ਤਾਂ ਇਹਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੀ ਕਰਨਾ ਹੈ। ਵੈਸੇ ਤਾਂ ਇਹਨਾਂ ਦਾ ਸੁਰੱਖਿਆ ਤੇ ਦੂਜਿਆਂ ਦੇ ਮਾਮਲੇ 'ਚ ਕਹਿੰਦੇ ਅਸੀਂ ਆਮ ਲੋਕ ਹੀ ਹਾਂ। ਅੱਜ ਮੁੱਖ ਮੰਤਰੀ ਸਾਹਿਬ ਸੰਗਰੂਰ ਜ਼ਿਲ੍ਹੇ ਦੇ ਪ੍ਰੋਗਰਾਮਾਂ 'ਚ ਆਏ ਸੀ, ਉੱਥੇ ਘੱਟੋ ਘੱਟ 3-4 ਜ਼ਿਲ੍ਹਿਆਂ ਦੀ ਪੁਲਿਸ ਫੋਰਸ ਮੰਗਾ ਲਈ ਗਈ ਸੀ। ਸੋ ਸੁਰੱਖਿਆ ਕਰਨਾ ਪੁਲਿਸ ਦਾ ਕੰਮ ਹੈ, ਪਰ ਜੇ ਅਸੀਂ ਆਮ ਕਹਿੰਦੇ ਹਾਂ ਫਿਰ ਕਹਿਣੀ ਤੇ ਕਥਨੀ ਦੇ ਇੱਕ ਬਣੋ। ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਜਾਂ ਅਨਮੋਲ ਗਗਨ ਮਾਨ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਜੇ ਨਹੀਂ ਦਿੱਤਾ ਤਾਂ ਲੋਕ ਫਿਰ ਇਹਦਾ ਜੋ ਸੰਦੇਸ਼ ਕੱਢਣਗੇ ਉਹ ਸਾਰਿਆਂ ਦੇ ਸਾਹਮਣੇ ਆ। ਪਹਿਲਾਂ ਵੀ ਇਹਨਾਂ ਦੇ ਬਹੁਤ ਸਾਰੇ ਵਿਧਾਇਕਾਂ ਨੇ ਬੜੇ ਚੰਦ ਚਾੜੇ ਹੈ, ਤੇ ਉਹਦੇ ਵਿੱਚ ਇੱਕ ਨਵਾਂ ਚੰਦ ਹੋਰ ਜੁੜ ਜਾਵੇਗਾ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ 15 ਅਗਸਤ ਨੂੰ ਲੈ ਕੇ ਤਾਂ ਦੇਖਿਆ ਜਾ ਰਿਹਾ ਕਿ ਪੁਲਿਸ ਵੱਲੋਂ ਕਾਫੀ ਚੌਕਸੀ ਉਹ ਵਰਤੀ ਜਾ ਰਹੀ ਹੈ। ਲਗਾਤਾਰ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੱਖ-ਵੱਖ ਥਾਵਾਂ ਤੇ ਨਾਕਿਆਂ ਦੇ ਉੱਤੇ ਤਾਇਨਾਤ ਕਰ ਦਿੱਤਾ ਗਿਆ, ਜਿਸ ਦੇ ਚੱਲਦੇ ਹੁਣ ਤੱਕ 15 ਅਗਸਤ ਤੱਕ ਪੁਲਿਸ ਨੇ 7 ਜ਼ਿਲ੍ਹਿਆਂ ਦੇ ਵਿੱਚ 100 ਨਾਕੇ ਤੇ ਤਲਾਸ਼ੀ ਮੁਹਿੰਮ ਲਈ 2500 ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਰੀਨਾ ਜੀ, ਇਹ ਵਧੀਕ ਡਾਇਰੈਕਟਰ ਜਨਰਲ ਨੇ ਪੁਲਿਸ ਦੇ ਨਰੇਸ਼ ਅਰੋੜਾ ਸਾਹਿਬ ਜੀ, ਉਹਨਾਂ ਨੇ ਜਿਹੜੇ ਬਾਰਡਰ ਰੇਂਜ ਦੇ IG ਨੇ ਮਨੀਸ਼ ਚਾਵਲਾ, ਸ਼ਾਇਦ ਇਸੇ ਤਰ੍ਹਾਂ ਉੱਥੇ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈ ਅੰਮ੍ਰਿਤਸਰ ਦਿਹਾਤੀ ਦੇ ਸਭਪਨ ਸ਼ਰਮਾ, ਹੋਰ ਅਧਿਕਾਰੀ ਵੀ ਨੇ। 7 ਜ਼ਿਲ੍ਹੇ ਸਾਡੇ ਸਰਹੱਦ ਤੇ ਲੱਗਦੇ ਨੇ
ਭਾਰਤ ਪਾਕ ਦੀ ਤੇ ਇਹ ਕਿਹੜੇ ਨੇ? ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਤੇ ਬਟਾਲਾ। ਇਹਨਾਂ ਦੇ ਵਿੱਚੋਂ ਕਹਿੰਦੇ 100 ਨਾਕੇ ਅਸੀਂ ਲਾਤੇ, 2500 ਬੰਦਾ ਤਾਇਨਾਤ ਕਰਤਾ, ਜਿਹੜੇ ਪੂਰੀ ਚੌਕਸੀ ਰੱਖਣਗੇ। ਕਈ ਵਾਰ ਸਮਾਨ ਵਗੈਰਾ ਦੂਜੇ ਦੇ ਮੁਲਕ ਤੋਂ ਡਰੋਨ ਰਾਹੀਂ ਵੀ ਆ ਜਾਂਦਾ ਹੈ ਜੀ, ਉਹਦੇ ਉੱਤੇ ਵੀ ਪੂਰੀ ਚੌਕਸੀ ਰੱਖੀ ਜਾਵੇਗੀ। ਇਸ ਚੌਕਸੀ ਦੇ ਦੌਰਾਨ ਉਹ ਕਹਿੰਦੇ ਕਿ 15 ਅਗਸਤ ਤੱਕ ਪੂਰਾ ਇਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਤਲਾਸ਼ੀ ਮੁਹਿੰਮ ਵੀ ਚੱਲ ਰਹੀ ਹੈ, ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਸ਼ੱਕ ਪੈਦਾ ਹੁੰਦਾ ਹੈ ਉਹਨਾਂ 'ਚ ਤਲਾਸ਼ੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਇਹ 15 ਅਗਸਤ ਤੇ 26 ਜਨਵਰੀ ਜਦੋਂ ਆਉਂਦੀ ਹੈ ਨਾ, ਇਹ ਉਸ ਵੇਲੇ ਪੁਲਿਸ ਰਹੱਸਲਾ ਅਭਿਆਸ ਕੁਝ ਜ਼ਿਆਦਾ ਕਰਨ ਲੱਗ ਜਾਂਦੀ ਹੈ। ਉਹਦਾ ਹੀ ਇੱਕ ਹਿੱਸਾ ਇਹ ਹੈ ਜੀ। ਗੱਲ ਕਰਾਂਗੇ ਮਹਿੰਗਾਈ ਨੂੰ ਲੈ ਕੇ, ਜਿੱਥੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਹੀ ਇੱਕ ਮਹਿੰਗਾਈ ਨੂੰ ਲੈ ਕੇ ਇੱਕ ਹੋਰ ਵੱਡਾ ਝਟਕਾ ਲੱਗਿਆ, ਜਿਸ ਦੇ ਵਿੱਚ ਦਿੱਲੀ ਦੇ ਵਿੱਚ PNG ਦਰਾਂ ਦੇ ਵਿੱਚ ਵਾਧਾ ਹੋਇਆ। ਉੱਥੇ IGL ਹੈ, ਇੰਦਰਪ੍ਰਸਥ ਗੈਸ ਲਿਮਟਿਡ ਜੀ, ਜਿਹੜੀ PNG ਹੈ, ਜਿਵੇਂ ਈਂਧਨ ਦੇ ਵੱਖ-ਵੱਖ ਜਿਹੜੇ ਆ ਉਹ ਬਣਾ ਦਿੱਤੇ ਗਏ ਨੇ, ਜਿਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਵੇਂ CNG ਹੋ ਗਈ, PNG ਹੋ ਗਈ, LPG ਹੋ ਗਈ, ਇਹ ਸਾਰੀਆਂ ਚੀਜ਼ਾਂ ਨੇ। ਉਹਦੇ ਵਿੱਚ 2 ਰੁਪਏ ਤੇ 2 ਰੁਪਏ 63 ਪੈਸੇ ਦਾ ਵਾਧਾ ਕਰ ਦਿੱਤਾ ਗਿਆ, ਜਿਹਦੇ ਨਾਲ ਆਮ ਖਪਤਕਾਰਾਂ ਦੀ ਜੇਬ ਤੇ ਬੋਝ ਪਵੇਗਾ, ਨਵਾਂ ਡਾਕਾ ਵੱਜੇਗਾ ਉਹਨਾਂ ਦੀ ਜੇਬ ਦੇ ਉੱਤੇ, ਤੇ ਉਹ ਲਗਾਤਾਰ ਇਸ ਚੀਜ਼ ਨੂੰ ਲੈ ਰਹੇ ਨੇ। ਔਰ ਇਹਨੂੰ ਜਿਹੜਾ ਹੈਗਾ ਦੂਜੀਆਂ ਧਿਰਾਂ ਨੇ ਨਾਲ ਦੀ ਨਾਲ ਇਹਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਹੈ ਜੇ ਇਸ ਤਰ੍ਹਾਂ ਦੇ ਵਾਧੇ ਕੀਤੇ ਨੇ। ਅਜੇ 4 ਕੁ ਦਿਨ ਪਹਿਲਾਂ 36 ਰੁਪਏ ਵਪਾਰਕ ਸਿਲੰਡਰ ਕੇਂਦਰ ਘਟਾ ਕੇ ਹਟੀ ਹੈ। ਪਹਿਲਾਂ ਤੁਸੀਂ ਵਾਧਾ ਕਰ ਦਿਓ, 900-950 ਦਾ ਹੁੰਦਾ ਸੀ ਤੇ ਇਹ 2200 ਨੂੰ ਪਾਰ ਕਰ ਗਿਆ। 19 ਕਿਲੋਗ੍ਰਾਮ ਦਾ ਵਪਾਰਕ ਸਿਲੰਡਰ ਤੇ ਪੂਰਾ ਜਰਾ ਵਾਧਾ ਕਰਕੇ ਉਹਦੇ ਵਿੱਚੋਂ ਇੱਕ ਦਾਣਾ ਚੱਕ ਲਓ ਕਿ ਅਸੀਂ ਬਹੁਤ ਵੱਡੀ ਰਾਹਤ ਦੇ ਦਿੱਤੀ ਹੈ। ਹੁਣ ਇੱਥੇ ਵੀ ਇਹਦਾ ਮਹਿੰਗਾਈ ਦੇ ਨਾਲ ਬਿਲਕੁਲ ਸਿੱਧਾ ਸੰਬੰਧ ਨਜ਼ਰ ਆ ਰਿਹਾ ਜੀ। ਮੇਜਰ ਧਿਆਨ ਚੰਦ ਨੂੰ ਸਮਰਪਿਤ ਹੋਵੇਗਾ ਪੰਜਾਬ ਖੇਡ ਮੇਲਾ। 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਲਈ ਹੋਣਗੇ ਵੱਖਰੇ ਵਰਗ। ਤੁਹਾਨੂੰ ਯਾਦ ਹੋਏਗਾ ਕਿ ਮੇਜਰ ਧਿਆਨ ਚੰਦ ਸਾਡੇ ਉਹ ਸਿਤਾਰੇ ਨੇ, ਜੇ ਕਿਤੇ ਕਸੌਲੀ ਗਏ ਹੋਵੋਂ ਤਾਂ ਬਾਜ਼ਾਰ ਦੇ ਇੱਕ ਖੂੰਜੇ ਦੇ ਵਿੱਚ ਮੇਜਰ ਧਿਆਨ ਚੰਦ ਦਾ ਬੁੱਤ ਲੱਗਿਆ ਹੋਇਆ ਹੈ। ਮੇਜਰ ਧਿਆਨ ਚੰਦ ਹਾਕੀ ਦੇ ਬਹੁਤ ਵੱਡੇ ਖਿਡਾਰੀ ਸੀ। ਲੋਕਾਂ ਦੇ ਵਿੱਚ ਇਹ ਸੀ ਕਿ ਉਹ ਇਸ ਤਰੀਕੇ ਨਾਲ ਖੇਡਦੇ ਸੀ, ਉਹਨਾਂ ਦੇ ਹਾਕੀ ਤੋਂ ਬਾਲ ਬਾਹਰ ਜਾਂਦੇ ਹੀ ਨਹੀਂ ਸੀ, ਇੰਨੇ ਡੈਡੀਕੇਟਡ ਸੀ ਉਹ ਹਾਕੀ ਵਾਸਤੇ। ਤਾਂ ਪੰਜਾਬ ਦਾ ਜਿਹੜਾ ਇਹ ਖੇਡ ਮੇਲਾ, ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਨੇ, ਉਹ ਵੀ ਸਾਡੇ ਨੇ। ਲੋਕ ਕਹਿੰਦੇ ਨੇ ਜੇ ਪੰਜਾਬ ਖੇਡ ਮੇਲਾ ਜਿਹੜਾ ਹੈਗਾ ਇਹ ਮੇਜਰ ਧਿਆਨ ਚੰਦ ਦੇ ਨਾਂ 'ਤੇ ਕੀਤਾ, ਕਹਿੰਦੇ ਨਾਲ ਉੱਡਣਾ ਸਿੱਖ ਮਿਲਖਾ ਸਿੰਘ ਦਾ ਨਾਂ ਵੀ ਜੋੜ ਦਿੱਤਾ ਜਾਂਦਾ। ਇਹ 29 ਅਗਸਤ ਨੂੰ ਉਹਨਾਂ ਦਾ ਜਨਮ ਦਿਨ ਆ। ਬਹੁਤ ਵੱਡੇ ਖਿਡਾਰੀ ਸੀ ਤੇ ਉਹਨਾਂ ਦੇ ਨਾਂ 'ਤੇ ਭਗਵੰਤ ਸਿੰਘ ਮਾਨ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਖੇਡ ਮੇਲਾ ਹੋਵੇਗਾ। ਇਸ ਖੇਡ ਮੇਲੇ ਦੀਆਂ ਵੱਖ-ਵੱਖ ਵੰਨਗੀਆਂ ਹੋਣਗੀਆਂ, ਮੁਕਾਬਲੇ ਹੋਣਗੇ। ਉਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਲੋਕ 40 ਸਾਲ ਤੋਂ ਉੱਪਰ ਉਮਰ ਦਾ ਵਰਗ ਹੈ, ਉਹਨਾਂ ਦੇ ਮੁਕਾਬਲੇ ਵੱਖਰੇ ਤੌਰ ਤੇ ਕੀਤੇ ਜਾਣਗੇ। ਉਹਨਾਂ ਨੂੰ ਪਹਿਲਾ, ਦੂਜਾ, ਤੀਜਾ ਸਥਾਨ ਜਿਹੜੇ ਵੀ ਆਉਣਗੇ, ਭਾਵ ਸੋਨ ਤਗਮਾ, ਚਾਂਦੀ ਤਗਮਾ ਤੇ ਕਾਂਸੀ ਤਗਮਾ ਉਹਨਾਂ ਨੂੰ ਦਿੱਤੇ ਜਾਣਗੇ। ਇਹ 29 ਅਗਸਤ ਨੂੰ ਐਸੇ ਮਹੀਨੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈਗਾ। ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਖੇਡ ਨੂੰ ਸਹੂਲਤਾਂ ਦੇਵਾਂਗੇ, ਪਰ ਵਿੱਤ ਮੰਤਰੀ ਸਾਹਿਬ ਇਹ ਗੱਲ ਦਾ ਸਪਸ਼ਟ ਕਰਦੇ ਨੇ ਕਿ ਖੇਡਾਂ ਵਾਸਤੇ ਤਾਂ ਰੁਪਈਆ 25 ਕਰੋੜ ਹੀ ਹੈ। ਇਹਨੂੰ ਬਜਟ ਨੂੰ ਵਧਾਓ, ਇਹਦੇ ਨਾਲ ਕੁਝ ਨਹੀਂ ਹੋਣਾ, ਨਹੀਂ ਤਾਂ ਇਹ ਸਿਰਫ ਊਠ ਦੇ ਮੂੰਹ ਵਿੱਚ ਜੀਰਾ ਬਰਾਬਰ ਹੋਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਹੇਠਲੇ ਪੱਧਰ ਦੇ ਉੱਤੇ ਸਾਡੇ ਖਿਡਾਰੀ ਕਾਮਯਾਬ ਹੋਣ ਤਾਂ ਉਹਦੀਆਂ ਨਰਸਰੀਆਂ, ਜਿਵੇਂ ਪ੍ਰਗਟ ਸਿੰਘ ਹੋਰੀ ਕਹਿੰਦੇ ਸੀ ਕਿ ਸਾਨੂੰ ਨਰਸਰੀਆਂ ਬਣਾਉਣੀਆਂ ਚਾਹੀਦੀਆਂ ਨੇ ਜਿੱਥੋਂ ਖਿਡਾਰੀ ਪੈਦਾ ਹੋਣ, ਉਹਨਾਂ ਦੀਆਂ ਪੂਰੀਆਂ ਸਹੂਲਤਾਂ। ਤੇ ਆ ਜਿਹੜੇ ਵੱਡੇ ਵੱਡੇ ਘੜਮ ਚੌਧਰੀ ਇਹਨਾਂ ਐਸੋਸੀਏਸ਼ਨਾਂ ਦੇ ਵਿੱਚ ਸੀਟਾਂ ਲੈ ਕੇ ਬੈਠੇ ਨੇ, ਇਹਨਾਂ ਨੂੰ ਪਰੇ ਕਰਕੇ ਖਿਡਾਰੀ ਆਧਾਰਿਤ ਬਣਾਓ ਤਾਂ ਕਿ ਪੰਜਾਬ
ਭਾਰਤ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਪੈਦਾ ਕਰਕੇ ਇਸ ਵੇਲੇ ਟੀਮਾਂ ਟੂਮਾਂ ਦਾ ਕੁਝ ਨਹੀਂ ਹੋ ਰਿਹਾ, ਉਹਦਾ ਇੱਕ ਵੱਖਰਾ ਵਿਸ਼ਾ ਹੈ। ਪਰ ਜਿਹੜਾ ਇਹ ਹੈ, ਇਹ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੈ ਤੇ ਹੋਣਾ ਚਾਹੀਦਾ ਹੈ। ਇਹਦੇ ਤੇ ਜਿਹੜਾ ਵਿਅਕਤੀਗਤ ਤੌਰ ਤੇ ਖੇਡਾਂ ਨੇ, ਪੰਜਾਬ ਦਾ ਜੁੱਸਾ ਬਹੁਤ ਹੈ, ਇੱਥੇ ਖੁਰਾਕਾਂ ਵੀ ਬਹੁਤ ਚੰਗੀਆਂ ਨੇ, ਉਹਨਾਂ ਨੂੰ ਆਪ ਦੀ ਕਾਰਗੁਜ਼ਾਰੀ ਦਿਖਾਉਣੀ ਚਾਹੀਦੀ ਹੈ। ਔਰ ਖਾਸ ਕਰ ਜਿਹੜੀਆਂ ਵਿਅਕਤੀਗਤ ਖੇਡਾਂ ਨੇ ਉਹਨਾਂ ਦੇ ਵਿੱਚ ਭਾਈ ਭਤੀਜਾਵਾਦ ਛੱਡ ਕੇ ਟੀਮਾਂ ਨੂੰ ਵੱਖਰਾ ਤਿਆਰ ਕਰੋ, ਤੇ ਜਿਹੜਾ ਆਪਣੇ ਤੌਰ ਤੇ ਕਾਰਗੁਜ਼ਾਰੀ ਦਿਖਾ ਕੇ, ਜਿਵੇਂ ਗੁਰਦੀਪ ਸਿੰਘ ਖੰਨਾ ਤੇ ਹਰਜਿੰਦਰ ਕੌਰ ਮਹਿਸ ਪਿੰਡ ਵਾਲੀ ਲੜਕੀ ਨੇ ਤੀਜਾ ਤਗਮਾ ਰਾਸ਼ਟਰਮੰਡਲ ਖੇਡਾਂ 'ਚ ਪ੍ਰਾਪਤ ਕੀਤਾ, ਆਪਣੇ ਆਪ ਦੇ ਵਿੱਚ ਮਿਸਾਲ ਹੈ। ਜੀ ਢਿੱਲੋਂ ਜੀ, ਸਿੰਗਲ ਯੂਜ਼ ਪਲਾਸਟਿਕ ਤੇ ਪੰਜਾਬ ਸਰਕਾਰ ਹੋਰ ਵੀ ਸਖਤ ਨਜ਼ਰ ਆ ਰਹੀ, ਜਿਸ ਨੂੰ ਲੈ ਕੇ ਸਿਗਰਟ ਅਤੇ ਮਠਿਆਈ ਦੇ ਉੱਤੇ ਡੱਬੇ ਦੇ ਉੱਤੇ ਜਿਹੜੀ ਲੈਮੀਨੇਸ਼ਨ ਕੀਤੀ ਜਾਂਦੀ ਸੀ ਉਸ ਦੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਲੈਮੀਨੇਸ਼ਨਾਂ ਜਿੰਨੀਆਂ ਵੀ ਹੋਈਆਂ ਸੀ, ਮੈਂ ਸਮਝਦਾ ਕਿ ਜੇ ਸਰਕਾਰਾਂ ਇਸ ਮਾਮਲੇ ਦੇ ਵਿੱਚ ਗੰਭੀਰ ਨੇ, ਸਾਰਾ ਭਾਰਤ ਗੰਭੀਰ ਹੈ, ਤੇ ਫਿਰ ਇੱਕ ਕੰਮ ਕਰੋ, ਇਹ ਜਿੱਥੇ ਬਣਦੇ ਨੇ ਫੈਕਟਰੀਆਂ ਦੇ ਵਿੱਚ ਇਹਨਾਂ ਦੀ ਪੈਦਾਵਾਰ ਬੰਦ ਕਰੋ। ਸਰਕਾਰ ਨੇ ਐਕਸ਼ਨ ਲੈਣਾ ਸ਼ੁਰੂ ਕੀਤਾ, ਦੁਕਾਨਦਾਰ ਇਹਦਾ ਢੰਗ ਬਦਲ ਲੈਂਦੇ ਨੇ, 5 ਵਜੇ ਦਫ਼ਤਰ ਬੰਦ ਹੋ ਜਾਂਦੇ ਨੇ। ਮੇਰਾ ਖਿਆਲ ਜਿਹੜਾ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਨਗਰ ਕਾਰਪੋਰੇਸ਼ਨਾਂ ਨੇ, ਪਿੰਡਾਂ ਨੂੰ ਛੱਡ ਦਈਏ ਜੇ, ਜਾਂ ਨਗਰ ਕੌਂਸਲਾਂ ਨੇ, ਇਹਨਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਉੱਡਣ ਦਸਤੇ ਬਣਾਉਣੇ ਚਾਹੀਦੇ ਨੇ, ਤੇ 5 ਵਜੇ ਤੋਂ ਬਾਅਦ ਵੀ ਛਾਪੇਮਾਰੀ ਕੀਤੀ ਜਾਵੇ। ਔਰ ਜਿਹਦਾ ਇੱਕ ਵਾਰੀ ਚਲਾਨ ਕੱਟਿਆ ਗਿਆ, ਜੇ ਦੂਜੀ ਵਾਰ ਕਰਦਾ ਉਹਦਾ ਲਾਇਸੈਂਸ ਰੱਦ ਕਰੋ, ਉਹਦੀ ਦੁਕਾਨ ਸੀਲ ਕਰੋ, ਤਾਂ ਜਾ ਕੇ ਇਹ ਹਟਣਗੇ। ਔਰ ਲੋਕਾਂ ਨੂੰ ਵੀ ਕਹਿਣਾ, ਪੁਰਾਣਾ ਝੋਲਾ ਸੱਭਿਆਚਾਰ ਪੈਦਾ ਕਰਨਾ ਚਾਹੀਦਾ ਹੈ। ਸਾਨੂੰ ਘਰੋਂ ਝੋਲਾ ਚੱਕਦਿਆਂ ਨੂੰ ਸ਼ਰਮ ਕਿਉਂ ਆਉਂਦੀ ਹੈ? ਇਸ ਮਾਮਲੇ ਦੇ ਵਿੱਚ ਸਾਰਿਆਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਜੀ 300 ਕਰੋੜ ਖਰਚ ਕਰਕੇ ਵੀ ਨਹੀਂ ਰੁਕ ਰਹੀ ਇਹ ਜਿਹੜੀ ਧਰਮ ਤਬਦੀਲੀ ਹੈ। ਇਹਦੇ ਵਿੱਚ ਜਿਹੜੇ ਵੱਖ-ਵੱਖ ਆਗੂ ਨੇ, ਖਾਸ ਕਰ ਜਿਹੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ, ਹਰਜਿੰਦਰ ਸਿੰਘ ਧਾਮੀ ਸਾਹਿਬ, ਇਹਨਾਂ ਸਾਰਿਆਂ ਨੇ ਇਹ ਗੱਲ ਉਠਾਈ ਹੈ ਕਿ ਇਹ ਰੁਕ ਨਹੀਂ ਰਿਹਾ। ਜੇ ਨਹੀਂ ਰੁਕ ਰਿਹਾ, ਸ਼੍ਰੋਮਣੀ ਕਮੇਟੀ ਦਾ 9 ਅਰਬ 88 ਕਰੋੜ ਤੇ 15 ਲੱਖ ਦਾ ਬਜਟ ਹੈ। ਧਾਮੀ ਸਾਹਿਬ ਕਹਿੰਦੇ ਨੇ ਕਿ ਅਸੀਂ ਧਰਮ ਪ੍ਰਚਾਰ ਲਈ ਆਧੁਨਿਕ ਸਾਧਨਾਂ ਵਾਸਤੇ 300 ਕਰੋੜ ਰੱਖਿਆ ਤੇ 75 ਕਰੋੜ ਸਾਡਾ ਪ੍ਰਚਾਰ ਲਈ ਹੈ। ਉਹ ਤਾਂ ਕਦੀਆਂ ਫੀਸਾਂ ਦੇ ਰਹੇ ਨੇ। ਇਹ ਬਹੁਤ ਵੱਡਾ ਚਰਚਾ ਦਾ ਵਿਸ਼ਾ ਹੈ। ਧਾਮੀ ਸਾਹਿਬ ਨੂੰ ਮਾਹਰਾਂ ਨੂੰ ਬੁਲਾ ਕੇ ਇਹਦੇ ਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਉਹਨਾਂ ਨੂੰ ਨਾ ਬੁਲਾਓ ਜਿਨ੍ਹਾਂ ਨੇ ਜੈਸ ਸਰ ਬੋਲਣਾ ਹੈ। ਇਹ ਦੇਖੋ ਕਿ ਦੂਜਿਆਂ ਦਾ, ਜਿਨ੍ਹਾਂ ਦੇ ਕਰਕੇ ਈਸਾਈ ਧਰਮਾਂ ਦੇ ਵਿੱਚ ਬੱਚੇ ਕਨਵਰਟ ਹੋ ਰਹੇ ਨੇ, ਉਹ ਕਿਉਂ ਹੋ ਰਹੇ ਨੇ? ਇਹ ਫੀਸਾਂ ਦਾ ਬਜਟ ਕਿੰਨਾ ਕੁ ਹੈ? ਜੇ ਇਹ ਬਜਟ ਵਧਾਉਣਾ ਪਵੇ, ਵਧਾਉਣਾ ਚਾਹੀਦਾ ਹੈ। ਤੇ ਸਾਹਿਤ ਆ ਜਿਹੜਾ ਹੈ, ਇਹ ਧਾਰਮਿਕ ਸਾਹਿਤ ਬਹੁ ਭਾਸ਼ਾਈ ਮੁਫਤ ਦੇ ਵਿੱਚ ਮੁਹੱਈਆ ਕਰਾਉਣਾ ਚਾਹੀਦਾ ਹੈ। ਈਸਾਈ ਪੱਖ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਬਹੁਤ ਸਮਾਂ ਪਹਿਲਾਂ ਗੋਆ ਦੇ ਵਿੱਚ ਗਿਆ ਸੀ। ਉੱਥੇ ਉਹਨਾਂ ਦੇ ਰੇਡੀਓ ਦੇ ਉੱਤੇ ਇੰਟਰਵਿਊ ਕੀਤਾ, ਪੰਜਾਬੀ ਪ੍ਰੋਗਰਾਮ ਦੇ ਵਿੱਚ। ਉਹਨਾਂ ਦੇ ਜਿਹੜੇ ਹੈੱਡ ਪ੍ਰੀਸਟ ਸੀਗੇ, ਜਿਹਨੂੰ ਪਾਦਰੀ ਕਹਿੰਦੇ ਆ ਆਪਾਂ, ਉਹਨਾਂ ਨੇ ਮੁਲਾਕਾਤ ਕੀਤੀ, ਮੇਰੇ ਤੋਂ ਐਡਰੈਸ ਲਿਆ। ਮੈਨੂੰ ਕਈ ਸਾਲ ਉਹਨਾਂ ਦਾ ਲਿਟਰੇਚਰ ਮੁਫਤ ਆਉਂਦਾ ਰਿਹਾ। ਨਵੀਂ ਦਿੱਲੀ ਪ੍ਰਗਤੀ ਮੈਦਾਨ ਦੇ ਵਿੱਚ ਹਰ ਸਾਲ 1 ਜਨਵਰੀ ਤੋਂ 7 ਜਨਵਰੀ ਤੱਕ ਅੰਤਰਰਾਸ਼ਟਰੀ ਕਿਤਾਬੀ ਮੇਲਾ ਲੱਗਦਾ ਹੈ ਜੀ, ਔਰ ਅਸੀਂ ਦੇਖਣ ਜਾਂਦੇ ਹਾਂ। ਅਲੀ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਸਟਾਲ ਕੋਲ ਦੀ ਲੰਘੇ, ਉਹਨਾਂ ਨੇ ਸਾਨੂੰ ਅਦਬ ਨਾਲ ਰੋਕਿਆ। ਸਰਦਾਰ ਜੀ ਸਤਿ ਸ੍ਰੀ ਅਕਾਲ ਜੀ, ਕਿਹੜੀ ਭਾਸ਼ਾ ਦਾ ਗਿਆਨ ਹੈ? ਮੈਂ ਕਿਹਾ ਦੱਸੋ। ਪਰ ਤੁਹਾਡੀ ਸਰਦਾਰਾਂ ਦੀ ਭਾਸ਼ਾ ਤਾਂ ਪੰਜਾਬੀ ਹੈ। ਮੈਂ ਕਿਹਾ ਮੈਨੂੰ ਹਿੰਦੀ ਵੀ ਆਉਂਦੀ ਆ, ਅੰਗਰੇਜ਼ੀ ਵੀ ਆਉਂਦੀ ਆ, ਮਾੜਾ ਮੋਟਾ ਉਰਦੂ ਨੂੰ ਵੀ ਮੂੰਹ ਮਾਰ ਲਈਦਾ। ਕਹਿੰਦੇ ਜੀ ਉਹਨਾਂ ਨੇ ਪੰਜਾਬੀ ਦੇ ਵਿੱਚ ਸਾਨੂੰ CD ਤੇ ਕੁਰਾਨ ਸ਼ਰੀਫ ਦੀ ਕਿਤਾਬ ਰੂਪੀ ਭੇਂਟ ਕੀਤੀ। ਅਗਲੇ ਦਿਨ ਮੇਰੀ ਕਿਉਰਿਓਸਿਟੀ ਹੋ ਗਈ, ਮੈਂ ਫਿਰ ਪੁੱਛਿਆ ਜਾ ਕੇ, ਮੈਂ ਕਿਹਾ ਤੁਸੀਂ ਕਿੰਨੀ ਕਾ? ਉਹ ਕਹਿੰਦੇ ਜੀ ਅੱਜ ਤੀਜਾ ਦਿਨ ਆ, 20-25 ਹਜ਼ਾਰ ਸਾਡਾ ਅਸੀਂ ਇਹ ਵੰਡਤੀਆਂ, ਤੇ 70,000 ਦਾ ਸਾਡਾ ਟੀਚਾ ਹੈ ਕਿ ਮੁਫਤ ਦੇ ਵਿੱਚ ਇਹ ਕੁਰਾਨ ਸ਼ਰੀਫ ਬਹੁ ਭਾਸ਼ਾਈ ਇਹ ਵੰਡ ਦਿੱਤਾ ਜਾਵੇ। ਇਹ ਚੀਜ਼ਾਂ ਲੋਕਾਂ ਤੋਂ ਸਿੱਖੋ। ਜੇ ਉਹ ਲੋਕ ਇਸ ਤਰ੍ਹਾਂ ਵੰਡ ਰਹੇ ਨੇ, ਸੀੜੀਆਂ 'ਚ ਵੰਡ ਰਹੇ ਨੇ, ਤਾਂ ਤੁਸੀਂ ਲੋਕਾਂ ਤੋਂ ਉਹਨਾਂ ਦੇ ਮੋਬਾਈਲ ਫੋਨ, ਇੰਟਰਨੈਟ ਦੀ ਵਰਤੋਂ ਕਰ ਲਓ, ਜਿਹਦੇ ਤੇ ਲੱਗਣਾ ਹੀ ਕੱਖ ਨਹੀਂ।
ਉਹਨਾਂ ਦੇ ਮੋਬਾਈਲ ਫੋਨਾਂ ਦੇ ਉੱਤੇ ਅਪਲੋਡ ਕਰ ਦਿਓ ਸਾਡਾ ਇਤਿਹਾਸ, ਸਾਡਾ ਹੋਰ ਸਾਹਿਤ ਜਿਹੜਾ ਧਾਰਮਿਕ ਸਾਹਿਤ ਹੈ ਉਹਨਾਂ ਤੇ ਜੇ ਕਰਾਂਗੇ ਉੱਤੇ ਲੱਗਣਾ ਕੁਛ ਨਹੀਂ। ਜਿੰਨਾ ਸਾਹਿਤ ਦਾ ਪਸਾਰ ਕਰਾਂਗੇ ਉਨਾ ਅਸੀਂ ਇਹਨੂੰ ਸੀਮਿਤ ਕਰਕੇ ਨਾ ਰੱਖੀਏ। ਇਹ ਤਾਂ ਬਹੁਤ ਵੱਡੀ ਤੌਰ ਤੇ ਪਸਾਰ ਕਰਨ ਦੀ ਜ਼ਰੂਰਤ ਹੈ ਜੀ। ਧਮਾਕੇ ਤੋਂ 8 ਘੰਟੇ ਪਹਿਲਾਂ ਬਰਾਮਦ ਹੋਈ ਆਈਡੀ ਮਾਮਲੇ 'ਚ ਸ਼ਾਹਬਾਦ ਤੋਂ ਤਰਨਤਾਰਨ ਦਾ ਅੱਤਵਾਦੀ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ RDX ਮਿਲੀ ਹੈ ਜੀ ਉੱਥੇ ਜੀ। ਇਹ ਮਿਲੀ ਹੈ ਸ਼ਾਹਬਾਦ ਮਾਰਕੰਡੇ ਦੇ ਕੋਲ। ਦੱਸਿਆ ਜਾ ਰਿਹਾ ਕਿ ਸ਼ਮਸ਼ੇਰ ਸਿੰਘ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਕੋਈ ਖਾੜਕੂ ਵਿਅਕਤੀ ਹੈ, ਉੱਥੇ ਤਾਰਾਂ ਜੁੜੀਆਂ ਨੇ। ਜਿਹੜੀ ਸਪੈਸ਼ਲ ਟਾਸਕ ਫੋਰਸ ਆ ਹਰਿਆਣੇ ਦੀ, ਉਹਨਾਂ ਕੋਲੇ ਸੂਚਨਾ ਸੀ, ਉਹਦੇ ਆਧਾਰ ਤੇ ਫੜੀ ਹੈ। ਜਿਹੜਾ ਟਾਈਮਰ ਵਗੈਰਾ ਲੱਗਿਆ ਹੋਇਆ ਸੀ ਉਹਦੇ ਮੁਤਾਬਕ ਇਹ ਧਮਾਕਾ ਖੇਜ ਜਿਹੜੀ ਸਮੱਗਰੀ ਮਿਲੀ ਹੈ ਉਹਦੇ ਮੁਤਾਬਕ ਇਹ ਹੈ ਕਿ ਉੱਥੇ ਕੋਈ ਧਮਾਕਾ ਹੋਣਾ ਸੀ। ਉਹ ਟਾਈਮਰ ਤੋਂ ਦੇਖ ਕੇ ਉਹਨਾਂ ਨੇ ਦੱਸਿਆ ਕਿ ਇਹ ਧਮਾਕਾ ਇਸ ਧਮਾਕਾ ਖੇਜ ਸਮੱਗਰੀ ਨਾਲ 8 ਘੰਟੇ ਬਾਅਦ ਹੋਣਾ ਸੀ। ਸਮੇਂ ਸਿਰ ਇਹ ਦਬੋਚ ਲਿਆ, ਚੰਗੀ ਗੱਲ ਹੈ ਜੇ ਸਾਰਾ ਕੁਝ ਹੈ। ਪਰ ਇਹਨਾਂ 15 ਅਗਸਤ ਹੋਵੇ ਤੇ ਉਹਦੇ ਤੇ ਹੋਵੇ ਜੇ ਕੋਈ ਬੇਲੋੜੀ ਐਕਸਰਸਾਈਜ਼ ਹੋਵੇ, ਲੋਕਾਂ ਨੂੰ ਡਰਾਇਆ ਜਾਵੇ, ਇਹ ਨਹੀਂ ਹੋਣਾ ਚਾਹੀਦਾ ਹੈ। ਤੇ ਜਿਹੜਾ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੀ ਸਿਰ ਨੱਪਣੀ ਚਾਹੀਦੀ ਹੈ, ਤਾਂ ਜੋ ਸਮਾਜ ਦੇ ਵਿੱਚ ਅਸਥਿਰਤਾ ਪੈਦਾ ਨਾ ਕਰਨ, ਭਾਈਚਾਰਕ ਸਾਂਝਾਂ ਨੂੰ ਖਰਾਬ ਨਾ ਕਰਨ ਤੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਨਾ ਬਣਾਉਣ। ਜੀ ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਰੀਨਾ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸਵਾਦ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।